ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਪ੍ਰਵਿੰਦਰ ਸਿੰਘ ਚੱਡਾ। ਸੋ ਅੱਜ ਗੱਲ ਕਰਾਂਗਾ ਪੰਜਾਬ ਦੇ ਇੱਕ ਐਸੇ ਅਨੋਖੇ ਪਿੰਡ ਦੀ, ਜੋ ਪਿੰਡ ਪਟਿਆਲਾ ਭਵਾਨੀਗੜ੍ਹ ਰੋਡ ਤੇ ਪਟਿਆਲਾ ਤੋਂ ਰਾਈਟ 18 ਕਿਲੋਮੀਟਰ ਤੇ ਸਥਿਤ ਹੈ। ਪਿੰਡ ਦਾ ਨਾਮ ਹੈ ਸੁਰਾਜਪੁਰ ਔਰ ਪਿੰਡ ਦੀ ਇੱਕ ਅਨੋਖੀ ਕਹਾਣੀ ਹੈ। ਕਹਾਣੀ ਪਿੰਡ ਦੀ ਇਹ ਹੈ, ਜੇ ਇਸ ਪਿੰਡ ਦੇ ਵਿੱਚ ਕੋਈ ਵੀ ਪਿੰਡ ਦਾ ਨਿਵਾਸੀ ਚੁਬਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਦੂਸਰੀ ਮੰਜ਼ਿਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਪਿੰਡ ਨਿਵਾਸੀ ਦਾ ਕੋਈ ਨਾ ਕੋਈ ਜਾਨੀ ਜਾਂ ਜਿਹੜਾ ਮਾਲੀ ਨੁਕਸਾਨ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਦੀ ਘਟਨਾ ਕਿਉਂ ਵਾਪਰਦੀਆਂ ਹਨ ਇਸ ਪਿੰਡ ਦੇ ਵਿੱਚ, ਇਹ ਜਾਣਨ ਦੇ ਲਈ ਅੱਜ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ। ਸੋ ਇਸ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਅਜਿਹੇ ਕਿਉਂ ਘਟਨਾ ਵਾਪਰ ਰਹੀਆਂ ਹਨ। ਜੇ ਕੋਈ ਇਸ ਪਿੰਡ ਦਾ ਵਿਅਕਤੀ ਚੁਬਾਰਾ ਜਾਂ ਦੂਸਰੀ ਮੰਜ਼ਿਲ ਪਾਉਂਦਾ ਹੈ ਤਾਂ ਉਸ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਂਦਾ ਹੈ। ਆਓ ਕਰਦੇ ਹਾਂ ਪਿੰਡ ਨਿਵਾਸੀਆਂ ਨਾਲ ਗੱਲਬਾਤ। ਪਹੁੰਚ ਚੁੱਕੇ ਹਾਂ ਜੀ ਪਿੰਡ ਸੁਰਾਜਪੁਰ ਦੇ ਵਿੱਚ ਔਰ ਪਿੰਡ ਨਿਵਾਸੀ ਸਰਦਾਰ ਮਹਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਸੋ ਇਹਨਾਂ ਤੋਂ ਜਾਣਦੇ ਹਾਂ ਕਿ ਕਿਉਂ ਕੋਈ ਵੀ ਜਦੋਂ ਇੱਥੇ ਕੋਈ ਚੁਬਾਰਾ ਪਾਉਂਦਾ ਹੈ ਉਸ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਂਦਾ ਹੈ। ਮਹਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਦੈਨਿਕ ਸਵੇਰਾ ਟੀਵੀ ਤੇ। ਠੀਕ ਹੈ ਸਰ, ਆਪ ਜੀ ਦਾ ਸਵਾਗਤ ਜੀ। ਮਹਿੰਦਰ ਸਿੰਘ ਜੀ, ਸਾਨੂੰ ਵਿਸਤਾਰ ਨਾਲ ਦੱਸੋ ਕਿ ਜਦੋਂ ਵੀ ਤੁਹਾਡੇ ਪਿੰਡ ਕੋਈ ਚੁਬਾਰਾ ਪਾਉਂਦਾ ਹੈ ਉਸ ਦੀ ਕੋਈ ਜਾਨੀ ਜਾਂ ਮਾਲੀ ਜਿਹੜਾ ਨੁਕਸਾਨ ਹੋ ਜਾਂਦਾ, ਇਸ ਦਾ ਕੀ ਕਾਰਨ ਮੰਨਦੇ ਹੋ? ਸਰ, ਸਾਡੇ ਨਾਲ ਜੋ ਪਿਤਾ ਬਾਬੇ ਦਾਦੇ ਸੀਗੇ, ਉਹ ਦੱਸਦੇ ਸੀਗੇ ਵੀ ਇਸ ਪਿੰਡ 'ਚ ਚੁਬਾਰਾ ਨਹੀਂ ਪੈਂਦਾ, ਜੇਕਰ ਕੋਈ ਪਾਉਂਦਾ ਉਹਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ। ਸੰਨ 1947 ਤੋਂ ਪਹਿਲਾਂ ਇੱਥੇ ਇੱਕ ਅਬਲ ਕਰੀਮ ਮੁਸਲਮਾਨ ਰਹਿੰਦਾ ਸੀ ਤੇ 2 ਪਰਿਵਾਰ ਮੁਸਲਮਾਨਾਂ ਦੇ ਹੋਰ ਰਹਿੰਦੇ ਸੀਗੇ। ਉਸ ਸਮੇਂ ਉਹਦੀ ਸਰਕਾਰੀ ਦੁਆਰੇ ਪੂਰੀ ਆਲੇ ਦੁਆਲੇ ਇਲਾਕੇ 'ਚ ਪਹੁੰਚ ਸੀਗੀ। ਦਹਿਸ਼ਤ ਸੀ ਉਹਦੀ ਨਾਭਾ ਤਹਿਸੀਲ ਦੇ ਵਿੱਚ। ਉਸਨੇ ਸਭ ਤੋਂ ਪਹਿਲਾਂ ਚੁਬਾਰਾ ਪਾਇਆ ਤੇ ਜਦੀ ਥੋੜ੍ਹੇ ਟਾਈਮ ਬਾਅਦ ਹੀ 1947 ਦੀ ਵੰਡ ਹੋ ਗਈ। ਉਹਦੀ ਜ਼ਮੀਨ ਜਾਇਦਾਦ ਘਰ-ਬਾਰ ਇੱਥੇ ਹੀ ਉਹਨੂੰ ਛੱਡ ਕੇ ਜਾਣਾ ਪਿਆ ਤੇ ਜਿਹੜੇ ਬਾਕੀ 2 ਪਰਿਵਾਰ ਨੇ ਮੁਸਲਮਾਨ ਉਸੇ ਤਰ੍ਹਾਂ ਸਹੀ ਸਲਾਮਤ ਰਹਿ ਰਹੇ ਨੇ। ਟੋਟਲ ਕਿੰਨੇ ਪਰਿਵਾਰ ਸੀ ਮਹਿੰਦਰ ਸਿੰਘ ਜੀ ਮੁਸਲਮਾਨਾਂ ਦੇ ਜਿਹੜੇ ਇਸ ਪਿੰਡ 'ਚ ਰਹਿੰਦੇ ਸੀ? ਮੁਸਲਮਾਨਾਂ ਦੇ ਉਰੇ 3 ਪਰਿਵਾਰ ਸੀਗੇ। ਇੱਕ ਪਰਿਵਾਰ ਨੇ ਚੁਬਾਰਾ ਪਾਇਆ, ਉਹਨੂੰ ਇੱਥੋਂ ਛੱਡ ਕੇ ਸਾਰਾ ਕੁਝ ਜਾਣਾ ਪਿਆ। ਤੇ ਜਿਹੜੇ ਬਾਕੀ 2 ਪਰਿਵਾਰ ਨੇ ਉਹ ਸਹੀ ਸਲਾਮਤ ਇਸੇ ਪਿੰਡ ਦੇ ਵਿੱਚ ਰਹਿੰਦੇ ਉਹ ਨੇ? ਇਸੇ ਪਿੰਡ ਵਿੱਚ ਬਿਲਕੁਲ ਸਹੀ ਸਲਾਮਤ ਰਹਿੰਦੇ ਨੇ। ਤੇ ਜਿਹੜੀਆਂ ਹੁਣ ਤੱਕ ਮੌਤਾਂ ਹੋਈਆਂ ਨੇ ਜਾਂ ਕੋਈ ਜਾਨੀ ਮਾਨੀ ਨੁਕਸਾਨ ਹੋਇਆ ਹੈ, ਪਿੰਡ ਦੇ ਵਿੱਚ ਕਿਸ ਨੇ ਚੁਬਾਰਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਕੀ ਉਹਨਾਂ ਦਾ ਨੁਕਸਾਨ ਹੋਇਆ? ਹਾਂਜੀ, ਸਾਡੇ ਉਰੇ ਇੱਕ ਅਰਜਨ ਸਿੰਘ ਸੀਗੇ ਜੀ। ਜਦੋਂ ਜਵਾਨੀ ਭਰ ਦੇ ਵਿੱਚ 15 ਕੁ ਸਾਲ ਦੀ ਉਮਰ ਸੀ ਤਾਂ ਉਹਨਾਂ ਦੀ ਕੁਦਰਤ ਵੱਲੋਂ ਉਹਨਾਂ ਨਿਗਾਹ ਬਿਲਕੁਲ ਕਮਜ਼ੋਰ ਹੋ ਗਈ। ਉਹਨਾਂ ਨੇ ਦੁਖਨਿਵਾਰਨ ਸਾਹਿਬ ਵਿਖੇ ਪੰਚਮੀਆਂ ਸੁੱਖੀਆਂ 5 ਤੇ ਉਹ ਇੱਥੋਂ ਪੈਦਲ ਹੀ ਜਾਂਦੇ ਰਹੇ ਤੇ ਪੈਦਲ ਹੀ ਆਉਂਦੇ ਰਹੇ। ਉਸ ਸਮੇਂ ਸਾਧਨ ਬਹੁਤ ਘੱਟ ਸੀ। ਪੰਚਮੀਆਂ ਤੋਂ ਬਾਅਦ ਉਹਨਾਂ ਦੀ ਨਿਗਾਹ ਬਿਲਕੁਲ ਸਹੀ ਸਲਾਮਤ ਹੋ ਗਈ ਤੇ ਉਸ ਵੇਲੇ ਤੋਂ ਉਹਨੇ ਪਰਨ ਕਰ ਲਿਆ ਵੀ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਹੀ ਜੀਵਨ ਲਾਉਣਾ ਹੈ। ਤੇ ਉਸ ਤੋਂ ਬਾਅਦ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਤੀ। ਸੰਥਿਆ ਲੈਣ ਤੋਂ ਬਾਅਦ ਉਹ ਪਾਠ ਕਰਨ ਲੱਗਿਆ। ਉਸ ਤੋਂ ਬਾਅਦ ਉਹਨੇ ਸਭ ਤੋਂ ਪਹਿਲਾਂ ਆਪਦੇ ਖੇਤ ਆਪਣੇ ਕੋਠੇ ਉੱਤੇ ਚੁਬਾਰਾ ਪਾ ਕੇ ਉੱਥੇ ਮਹਾਰਾਜ ਦੀ ਬੀੜ ਪ੍ਰਗਾਸ਼ ਕੀਤੀ ਤੇ ਉਸ ਤੋਂ ਬਾਅਦ ਫਿਰ ਉਹਨੇ ਆਪਦੇ ਘਰ ਚੁਬਾਰਾ ਪਾਇਆ ਤੇ ਜਦੋਂ ਘਰ ਚੁਬਾਰਾ ਪਾਇਆ ਤਾਂ ਉਸਦੇ ਮੁੰਡੇ ਦੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਅੱਗੇ ਉਹਦਾ ਜਿਹੜਾ ਪਰਿਵਾਰ ਸੀਗਾ, ਉਹਨਾਂ ਦੇ 2 ਜਿਹੜੇ ਪੋਤੇ ਸੀਗੇ, ਉਹਨਾਂ ਦੇ ਮਤਲਬ ਕੋਈ ਬੇਟਾ ਨਹੀਂ ਸੀ ਹੋ ਰਿਹਾ। ਉਹਨਾਂ ਨੇ ਫਿਰ ਚੁਬਾਰਾ ਢਾਹਿਆ ਤਾਂ ਅੱਗੇ ਉਹਨਾਂ ਦੇ ਬੇਟੇ ਹੋਏ ਨੇ, ਕੁੜੀਆਂ ਹੁੰਦੀਆਂ ਸੀਗੀਆਂ। ਹੋਰ ਪਿੰਡ ਦੇ ਨਿਵਾਸੀ ਨੇ ਵੀ ਕਿਸੇ ਨੇ ਚੁਬਾਰਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਦੇ? ਹਾਂਜੀ ਹਾਂ, ਉਸ ਤੋਂ ਬਾਅਦ ਇੱਥੇ ਆਪਣੇ ਦਰਸ਼ਨ ਸਿੰਘ ਨੇ ਚੁਬਾਰਾ ਪਾਉਣ ਦੀ ਕੋਸ਼ਿਸ਼ ਕੀਤੀ। ਉਹ ਆਪਦੇ ਪਿਤਾ ਨੂੰ ਕਹਿਣ ਲੱਗੇ ਵੀ ਆਪਾਂ ਨੇ ਚੁਬਾਰਾ ਪਾਉਣਾ ਹੈ। ਉਹ ਪੁੱਛਣ ਲੱਗਿਆ ਵੀ ਕਦੋਂ ਪਾਉਣਾ? ਉਹ ਕਹਿੰਦੇ ਵੀ ਪਰਸੋਂ ਨੂੰ ਨਿਊ ਪੱਟਣੀ ਹੈ। ਤਾਂ ਉਸੇ ਦਿਨ ਹੀ ਉਹ ਘਰੋਂ ਚਲਾ ਗਿਆ ਤੇ ਚੌਥੇ ਦਿਨ ਸਮਾਣੇ ਕੋਲੇ ਜਾ ਕੇ ਪਤਾ ਲੱਗਿਆ ਵੀ ਉਹਦੀ ਉੱਥੇ ਜਿਹੜੀ ਡੈਥ ਹੋ ਗਈ। ਉਸ ਤੋਂ ਬਾਅਦ ਦਰਸ਼ਨ ਸਿੰਘ ਨੇ ਵੀ ਫਿਰ ਕਿਤੇ ਆਪਣੇ ਪੁੱਛਗਿੱਛ ਕੀਤੀ, ਉਪਾਅ ਕੀਤੇ। ਉਹਨੇ ਵੀ ਆਪਣੇ ਕੋਠੀ ਤੇ ਚੁਬਾਰਾ ਪਾਇਆ ਤੇ ਬਸ 6 ਸਾਲ ਕਦੇ ਅਰਸੇ ਦੇ ਵਿੱਚ ਉਹਦੀ ਵੀ ਮੌਤ ਹੋ ਗਈ। ਉਹਨੂੰ ਵੀ ਉਹ ਕੋਠੀ ਵਰਤਣੀ ਨਹੀਂ ਮਿਲੀ। ਅੱਗੇ ਫਿਰ ਉਹਦੇ ਬੇਟੇ ਨੂੰ, ਉਸਦੇ ਘਰ ਮੁੰਡਾ ਨਹੀਂ ਸੀ ਹੁੰਦਾ ਤੇ ਸਿਰਫ ਲੜਕੀ ਸੀਗੀ, ਉਸਨੇ ਉਹਨੂੰ ਢਾਇਆ ਚੁਬਾਰੇ ਨੂੰ ਤਾਂ ਉਸਦੇ ਘਰ ਬੇਟਾ ਹੋਇਆ। ਮਹਿੰਦਰ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਮਤਲਬ ਜਿਹੜੇ ਕਾਰਨ, ਇਸ ਦੇ ਕਾਰਨ ਦਾ ਕੁਝ ਪਤਾ ਲੱਗ ਸਕਿਆ ਅੱਜ ਤੱਕ? ਅੱਜ ਤੱਕ ਜੀ ਸਰਕਾਰ ਵੱਲੋਂ ਕੋਈ ਕਾਰਨ ਦਾ ਪਤਾ ਨਹੀਂ ਲੱਗਿਆ, ਨਾ ਹੀ ਕੋਈ ਮਤਲਬ ਆਪਣੇ ਰੀਤੀ ਰਿਵਾਜ ਨੇ ਧਰਮ ਵੱਲੋਂ, ਨਾ ਹੀ ਕੋਈ ਉੱਧਰੋਂ ਪਤਾ ਲੱਗਿਆ। ਇਹ ਕਿੰਨੀ ਕੁ ਏਰੀਆ ਜਿਸ ਤੇ ਤੁਸੀਂ ਕੋਈ ਜਿਹੜਾ ਇਹ ਚੁਬਾਰਾ ਨਹੀਂ ਪਾ ਸਕਦੇ? ਇਹ ਤੁਹਾਡਾ ਹੀ ਇਕੱਲਾ ਪਿੰਡ ਹੈ ਕਿ ਆਸੇ-ਪਾਸੇ ਦਾ ਕੋਈ ਹੋਰ ਵੀ ਪਿੰਡ ਹੈ ਇਸ ਦੇ ਵਿੱਚ? ਇਹ ਸਾਡਾ ਜਿਹੜਾ ਇਕੱਲਾ ਪਿੰਡ ਹੈ ਨਹੀਂ, ਜਿੰਨੀ ਸਾਡੇ ਪਿੰਡ ਦੀ ਜ਼ਮੀਨ ਆ ਹੱਦ ਹੈ, ਇੱਕ ਤਾਂ ਉੱਥੇ ਤੱਕ ਨਹੀਂ ਪੈਂਦਾ। ਇੱਕ ਸਾਡੇ ਲਵੇ ਨਾਲ ਹੀ ਖੇੜੀ ਮੁਸਲਮਾਨਾਂ ਹੈ, ਉੱਥੇ ਵੀ ਨਹੀਂ ਪੈਂਦਾ। ਉੱਥੇ ਵੀ ਇੱਕ ਹਰਸੱਜਣ ਸਿੰਘ ਇੱਥੇ ਇੰਸਪੈਕਟਰ ਰਿਹਾ, ਨਾਭੇ ਪੁਲਿਸ ਇੰਸਪੈਕਟਰ, ਉਹਨੇ ਉੱਥੇ ਜ਼ਮੀਨ ਮੁੱਲ ਲਈ। ਉਹਨੇ ਉੱਥੇ ਆਪਣਾ ਘਰ ਪਾਇਆ ਤੇ ਉਹਦੇ 'ਤੇ ਚੁਬਾਰਾ ਪਾਇਆ। ਉਹਦੇ ਵੀ 2 ਬੇਟਿਆਂ ਦੀ ਡੈਥ ਹੋ ਗਈ। ਅਖੀਰ ਉਹਦੀ ਜ਼ਮੀਨ ਵੀ ਵਿਕ ਗਈ, ਘਰ ਵੀ ਵਿਕ ਗਿਆ। ਅੱਗੇ ਜਿਹੜੇ ਕੋਲੇ ਘਰ ਆ ਉਹਨਾਂ ਨੂੰ ਵੀ ਚੁਬਾਰਾ ਢਾਉਣਾ ਪਿਆ ਤਾਂ ਮਾੜੀ ਮੋਟੀ ਉਹਨਾਂ ਦੀ ਤਰੱਕੀ ਹੋਈ ਹੈ। ਜੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ, ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਮੌਜੂਦ ਹੋਣਾ, ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਵੀ 1 ਮੰਜ਼ਿਲ ਹੀ ਹੈ ਕਿ ਉਹ 2 ਮੰਜ਼ਿਲ ਹੈ? ਨਹੀਂ, ਉਹ ਵੀ 1 ਮੰਜ਼ਲੀ ਹੈ ਜੀ। ਬਸ ਉੱਥੇ ਜਿਹੜਾ ਪੌੜੀ ਦੇ ਉੱਤੇ ਇੱਕ ਥੋੜ੍ਹਾ ਜਿਹਾ 2 ਕਮਰਿਆਂ ਦਾ
ਸੰਤ ਮਹਾਂਪੁਰਖਾਂ ਨੇ ਬਾਬਾ ਹਰਭਜਨ ਸਿੰਘ ਦਾ ਬਣਾਇਆ ਹੋਇਆ, ਪਰ ਉਦੋਂ ਬਾਅਦ ਡਬਲ ਮੰਜ਼ਿਲ ਉਹਨਾਂ ਨੇ ਵੀ ਨਹੀਂ ਬਣਾਈ। ਬਸ ਇੱਕੋ ਦੋ ਜਿਹੜਾ ਆਪਣਾ ਖਣ ਨੇ ਆਪਾਂ 10 ਕੁ ਫੁੱਟ ਦਾ ਕਹਿ ਦਿੰਦੇ ਹਾਂ, 10-12 ਦਾ, ਉਹ ਇੱਕ ਕਮਰਾ ਜ਼ਰੂਰ ਉਹਨਾਂ ਦਾ ਡਬਲ ਮੰਜ਼ਿਲ ਵੱਲੋਂ ਬਣਾਇਆ ਹੋਇਆ। ਮਹਿੰਦਰ ਸਿੰਘ ਜੀ, ਜੇ ਗੱਲ ਕੀਤੀ ਜਾਵੇ ਤਾਂ ਵਿਗਿਆਨਿਕ ਯੁੱਗ ਹੈ, ਹੁਣ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਿੱਤੀ ਹੈ। ਵਿਗਿਆਨ ਮਤਲਬ ਚੰਦ ਤੱਕ ਪਹੁੰਚਣ ਦੀਆਂ ਗੱਲਾਂ ਕਰ ਰਿਹਾ ਹੈ, ਤੇ ਮਤਲਬ ਤੁਸੀਂ ਇਸ ਚੀਜ਼ ਦੀ ਕਦੇ ਖੋਜ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਕਾਰਨ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ? ਜਿਹੜਾ ਵਿਗਿਆਨ ਹੈ ਨਾ ਜੀ, ਇਹ ਪਰਮਾਤਮਾ ਦੇ ਅੱਗੇ ਬਹੁਤ ਨੀਮ ਹੈ। ਬਾਬਾ ਨਾਨਕ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਕਹਿ ਗਿਆ ਸੀ ਵੀ ਲੱਖ ਅਗਾਸ ਲੱਖ ਪਤਾਲ, ਤੇ ਵਿਗਿਆਨ ਮੂਰੇ ਤਾਂ ਕੱਖ ਵੀ ਫੇਲ ਹੈ। ਤਾਂ ਬਿਲਕੁਲ ਇਹ ਤੋਂ ਤਾਂ ਹਾਲ ਤੱਕ ਜਿੱਥੇ ਬਾਬਾ ਨਾਨਕ ਦੱਸ ਗਿਆ ਉਹ ਨਹੀਂ ਸਰਚ ਹੋਈ। ਉਦੋਂ ਉਹਨਾਂ ਨੇ ਕਿਹਾ ਸੀ ਵੀ ਚੰਦ ਇੱਕ ਗ੍ਰਹਿਣ ਹੈ, ਹੁਣ ਇਹ ਆਪ ਮੰਨਦੇ ਨੇ ਵੀ ਚੰਦ ਧਰਤੀ ਹੈ। ਠੀਕ ਹੈ, ਇਹ ਵਿਗਿਆਨ ਤਾਂ ਇੱਥੇ ਫੇਲ ਹੈ। ਜੇਕਰ ਕੋਈ ਵਿਗਿਆਨੀ ਕਹਿੰਦਾ ਵੀ ਮੈਂ ਕਾਮਯਾਬ ਹਾਂ, ਤਾਂ ਸਾਨੂੰ ਇੱਥੇ ਪਾ ਕੇ ਚੁਬਾਰਾ ਉਹ 1 ਸਾਲ ਰਹਿ ਕੇ ਦਿਖਾ ਦੇਵੇ, ਅਸੀਂ ਮੰਨ ਜਾਂਗੇ ਵੀ ਵਿਗਿਆਨ ਕਾਮਯਾਬ। ਮਤਲਬ ਜੇ ਵਿਗਿਆਨੀ ਇੱਥੇ ਆ ਕੇ ਚੁਬਾਰਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਤੁਸੀਂ ਇਹਨਾਂ ਦੀ ਹੈਲਪ ਕਰੋਗੇ? ਬਿਲਕੁਲ ਹੈਲਪ ਕਰਾਂਗੇ ਜੀ, ਜਿੰਨੇ ਵੀ ਉਹ ਚਾਹਣਗੇ ਉਹਨਾਂ ਦੀ ਹੈਲਪ ਕਰਾਂਗੇ। ਸਾਨੂੰ ਚੁਬਾਰਾ ਪਾ ਕੇ ਇਹ ਨਹੀਂ ਵੀ ਚਲਿਆ ਜਾਵੇ, ਉਹ ਇੱਥੇ ਰਹੇ ਪਰਿਵਾਰ ਸਮੇਤ, ਫਿਰ ਉਹਨੂੰ ਪਤਾ ਲੱਗੂ ਰਿਜ਼ਲਟ ਦਾ ਵੀ ਕੀ ਰਿਜ਼ਲਟ ਆਉਂਦਾ। ਸੋ ਇਹ ਸਨ ਪਿੰਡ ਦੇ ਨਿਵਾਸੀ ਸਰਦਾਰ ਮਹਿੰਦਰ ਸਿੰਘ ਜੀ। ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਚੁਬਾਰਾ ਪਾਉਂਦਾ ਹੈ, ਕੋਈ ਵੀ 2 ਮੰਜ਼ਲੀ ਬਣਾਉਂਦਾ ਤਾਂ ਉਸਦਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਹੈ। ਸੋ ਕੁਝ ਹੋਰ ਵੀ ਪਿੰਡ ਨਿਵਾਸੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਸੌ ਲੈ ਚੱਲਦੇ ਹਾਂ। ਪਿੰਡ ਦੇ ਹੋਰ ਕੁਝ ਬਜ਼ੁਰਗ ਲੋਕ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਕੁਝ ਹੋਰ ਵੀ ਤੱਥ ਜੁੜੇ ਹੋਏ ਨੇ ਪਿੰਡ ਦੇ ਨਾਲ, ਹੋਰ ਵੀ ਕੁਝ ਕਿੱਸੇ ਜੁੜੇ ਹੋਏ ਨੇ ਪਿੰਡ ਦੇ ਨਾਲ, ਜਿਨ੍ਹਾਂ ਕਰਕੇ ਇੱਥੇ ਚੁਬਾਰਾ ਨਹੀਂ ਪੈਂਦਾ। ਹਾਂਜੀ ਬਾਪੂ ਜੀ, ਕੀ ਕਾਰਨ ਹੈ ਇੱਥੇ ਕਿਉਂ ਨਹੀਂ ਚੁਬਾਰਾ ਪੈਂਦਾ? ਚੁਬਾਰਾ ਦਾ ਜੀ ਬਸ ਜਿੰਨੀ ਕੁ ਅਸੀਂ ਨੇ ਗੱਲ ਸੁਣੀ ਹੈ ਉਹਨਾਂ ਤੋਂ, ਮਤਲਬ ਸੰਤਾਂ ਤੋਂ, ਵੀ ਆਹੀ ਗੱਲ ਸੁਣੀ ਹੈ ਵੀ ਕੋਈ ਸੰਤ ਰਹਿੰਦੇ ਹੁੰਦੇ ਤੇ ਜੀ ਇੱਥੇ ਆਪਣੇ ਕੁਟੀਆ ਦੇ ਵਿੱਚ ਪਾਈ ਹੋਈ ਤੇ ਉਹ ਕੁਟੀਆ ਦੇ ਵਿੱਚ ਜਦ ਸੰਤ ਰਹਿੰਦੇ ਤੇ ਉਹਨੂੰ ਕੋਈ ਬੰਦੇ ਦੇ ਹਲਾ ਬਜ਼ੁਰਗ ਇਹ ਨਗਰ ਦੇ ਉਹ ਕਹਿਣ ਲੱਗੇ ਵੀ ਬਾਬਾ ਜੀ ਤੁਸੀਂ ਇਹ ਕੁਟੀਆ ਛੱਡ ਕੇ ਆਪਦਾ ਕਿਤੇ ਹੋਰ ਪਾਸੇ ਚਲੇ ਜਾਓ। ਉਹ ਕਹਿੰਦਾ ਵੀ ਭਾਈ ਮੈਂ ਤਾਂ ਤੁਹਾਨੂੰ ਕੋਈ ਦੁੱਖ ਤਕਲੀਫ ਕਿਸੇ ਨੂੰ ਮਾੜਾ ਚੰਗਾ ਬੋਲਿਆ ਨਹੀਂ, ਵੀ ਮੈਨੂੰ ਤੁਸੀਂ ਕਾਹਤੋਂ ਕਹਿੰਦੇ ਹੋ ਵੀ ਤੂੰ ਇੱਧਰ ਚਲਿਆ ਜਾ। ਉਹ ਸੰਤ ਬਾਪੂ ਜੀ ਪਿੰਡ ਦੇ ਵਿੱਚ ਰਹਿੰਦੇ ਸੀ? ਕਿਹੜੇ ਸੰਤ ਸੀ ਉਹ? ਉਹ ਜੀ ਇੰਨਾ ਸਾਨੂੰ ਨਹੀਂ ਪਤਾ, ਜਦ ਸਾਨੂੰ ਸਾਡੀ ਉਮਰ ਤੋਂ ਵੀ ਪਹਿਲਾਂ ਦੀ ਗੱਲ ਹੈ ਇਹ। ਅੱਛੀ ਜਣੀ ਮਤਲਬ ਅਸੀਂ ਸੰਤਾਂ ਤੋਂ ਸੁਣੀ ਹੈ ਇਹ ਗੱਲ, ਜਿਹੜੇ ਸਾਡੇ ਪਿੰਡ ਦੇ ਵਿੱਚ ਆਮ ਫਿਰਦੇ ਹੁੰਦੇ ਤੇ ਗਜਾ ਕਰਦੇ, ਉਹਨਾਂ ਤੋਂ ਸੁਣੀ ਤੀ ਗੱਲ। ਅਸੀਂ ਵੀ ਫਿਰ ਆਹੀ ਗੱਲ ਚੱਲੀ ਹੋਈ ਤੀ ਜੀ ਪਿੰਡ ਦੇ ਵਿੱਚ ਵੀ ਬਾਬਾ ਜੀ ਤੁਹਾਨੂੰ ਪਤਾ ਹੋਊਗਾ ਵੀ ਚੁਬਾਰਾ ਕਿਉਂ ਨਹੀਂ ਪੈਂਦਾ। ਉਹ ਫਿਰ ਬਹਿ ਗਿਆ ਤੇ ਉੱਥੇ ਦਰਵਾਜ਼ੇ, ਉਹਨੇ ਫਿਰ ਇਹ ਗੱਲਾਂ ਦੱਸੀਆਂ ਜੀ ਸਾਨੂੰ। ਉਹ ਗੱਲਾਂ ਕਰਨ ਲੱਗ ਗਿਆ, ਕਹਿੰਦਾ ਭਾਈ ਉਰੇ ਇੱਕ ਜਣੀ ਦੇਖਿਆ ਅਸੀਂ ਨੇ ਵੀ ਨਹੀਂ, ਕਹਿੰਦਾ ਜਿਹੜੀ ਸਾਨੂੰ ਇੰਨਾ ਕੁ ਪਤਾ ਹੈ ਵੀ ਅਸੀਂ ਨੇ ਗੱਲਾਂ ਸੁਣੀਆਂ ਨੇ ਵੀ ਇੱਕ ਸੰਤ ਰਹਿੰਦਾ ਹੁੰਦਾ ਸੀ, ਉਹਨੂੰ ਕਹਿਣ ਲੱਗੇ ਵੀ ਨਗਰ ਦੇ ਬੰਦੇ ਵੀ ਬਾਬਾ ਜੀ ਤੁਸੀਂ ਇਹ ਕੁਟੀਆ ਇੱਥੋਂ ਛੱਡ ਕੇ ਹੋਰ ਕਿਤੇ ਜਾ ਕੇ ਆਪਦਾ ਦੁਬਾਰਾ ਮੰਨੋ। ਚੱਲ ਉਹ ਕਹਿੰਦਾ ਵੀ ਮੈਂ ਤਾਂ ਤੁਹਾਨੂੰ ਭਾਈ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦਾ। ਉਹ ਕਹਿੰਦੇ ਵੀ ਤੈਨੂੰ ਛੱਡਣਾ ਪਊ। ਉਹਨੇ ਜੀ ਫਿਰ ਬਾਹਰ ਨਿਕਲ ਕੇ ਆਪਦੀ ਕੁਟੀਆ ਦੇ ਵਾਲੇ ਪਰਿਕਰਮਾ ਕਰਕੇ ਫਿਰ ਉਹਨੇ ਜਿਹੜਾ ਨਗਰ ਦਾ ਪਿੰਡ ਤੀ ਉਹਦੇ ਪਰਿਕਰਮਾ ਕਰੀਆਂ। ਉਹ ਪਰਿਕਰਮਾ ਕਰਕੇ ਉਹ ਕੁਟੀਆ ਦੇ ਵਿੱਚ ਵੜਨ ਲੱਗਿਆ। ਫਿਰ ਉਹਨਾਂ ਕਨੀ ਹੱਥ ਜੋੜ ਕੇ ਕਹਿੰਦਾ ਵੀ ਲੈ ਮੈਂ ਤਾਂ ਉਰੋਂ ਚਲਿਆ ਜਾਣਾ, ਵੀ ਚੁਬਾਰੇ ਵਿੱਚ ਲੱਤ ਨਸਾੜ ਕੇ ਤੁਸੀਂ ਵੀ ਨਹੀਂ ਇੱਥੇ ਪੈ ਸਕਦੇ। ਉਹ ਮੁੜ ਕੇ ਜਦ ਉੱਤੇ ਦੇਖਿਆ ਫਿਰ ਨਾ ਉਹ ਸੰਤ ਮਿਲੇ ਨਾ ਕੁਝ ਹੋਰ ਮਿਲੇ। ਮਤਲਬ ਤੁਸੀਂ ਇਸ ਪਿੰਡ ਨੂੰ ਫਿਰ ਇਹ ਸ਼ਰਾਪ ਮੰਨਦੇ ਹੋ ਜਿਹੜੇ ਉਹ ਸੰਤਾਂ ਦਾ ਜਾਂ ਬਜ਼ੁਰਗਾਂ ਦਾ? ਹਾਂਜੀ ਫਿਰ ਸ਼ਰਾਪ ਹੀ ਹੋ ਗਏ ਜੀ। ਫਿਰ ਉਹ ਖਬਰ ਜਦ ਕੀ ਉਹ ਕੀ ਉਹਦੇ ਮਨ ਦੇ ਵਿੱਚ ਦੀ ਉਹ ਕਾਹਤੋਂ ਇੰਨੀ ਗੱਲ ਕਹਿ ਕੇ ਚਲੇ ਗਏ, ਜਾਂ ਮੁੜ ਕੇ ਫਿਰ ਉਹ ਲੱਭੇ ਹੀ ਨਹੀਂ, ਉਹਦਾ ਸ਼ਰਾਪ ਹੀ ਹੋ ਗਿਆ ਜੀ। ਫਿਰ ਉਹ ਤਾਂ ਫਿਰ ਉਹਨਾਂ ਦਾ ਸੰਤਾਂ ਦਾ ਹੀ ਕੁਛ ਹੋਰ- ਸਰਾਫ ਹੈ ਜੀ। ਹਾਂ ਉਹਨਾਂ ਦਾ ਸੰਤਾਂ ਦਾ ਹੀ ਸਰਾਫ ਹੈ। ਜਦੋਂ ਕਰਮਾ ਕਰਕੇ ਉਹ ਚਲੇ ਗਏ ਵੀ ਤੁਸੀਂ ਵੀ ਨਹੀਂ ਚੁਬਾਰੇ 'ਚ ਪੈ ਸਕਦੇ ਲੱਤ ਨਸਾਲ ਕੇ, ਤੁਸੀਂ ਵੀ ਨਹੀਂ ਕਹਿੰਦਾ ਪੈ ਸਕਦੇ। ਵੀ ਇਹਦੇ ਕਰਕੇ ਉਹ ਸੰਤਾਂ ਦੇ ਹੀ ਸਰਾਫ ਹੈ ਜੀ। ਫਿਰ ਤਾਂ ਮਰ ਹੈ ਨਗਰ ਨੂੰ। ਸੋ ਦੋਸਤੋ, ਤੁਹਾਨੂੰ ਮੈਂ ਉਹ ਮਕਾਨ ਦਿਖਾ ਦੇਣਾ ਚਾਹਾਂਗਾ। ਪਿੱਛੇ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਤਸਵੀਰਾਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰੇਗਾ। ਇਹ ਉਹ ਮਕਾਨ ਹੈ ਜੀ ਜਿਹੜਾ ਕਿ ਪਹਿਲਾਂ ਕਿਸੇ ਸਮੇਂ 2 ਮੰਜ਼ਿਲ ਹੁੰਦਾ ਸੀ, ਜਿਸ ਦਾ ਕਿ ਚੁਬਾਰਾ ਪਾਇਆ ਗਿਆ ਸੀਗਾ, ਪਰ ਬਹੁਤ ਜ਼ਿਆਦਾ ਇਹਨਾਂ ਦਾ ਜਿਹੜਾ ਕਿ ਨੁਕਸਾਨ ਹੋਇਆ। ਉਸ ਤੋਂ ਬਾਅਦ ਜਿਹੜਾ ਕਿ ਇਹਨਾਂ ਨੂੰ ਚੁਬਾਰਾ ਢਾਉਣਾ ਪਿਆ। ਕਿਉਂ ਚੁਬਾਰਾ ਢਾਉਣਾ ਪਿਆ, ਕਿਉਂ ਚੁਬਾਰਾ ਇਹਨਾਂ ਨੂੰ ਖਤਮ ਕਰਨਾ ਪਿਆ, ਤੇ ਕੀ ਇਹਨਾਂ ਦਾ ਨੁਕਸਾਨ ਹੋਇਆ, ਇਸ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਘਰ ਦੇ ਮਾਲਕ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ। ਜਗਤਾਰ ਸਿੰਘ ਜੀ। ਜਗਤਾਰ ਸਿੰਘ ਜੀ, ਕਿਹੜੇ ਸੰਨ ਦੇ ਵਿੱਚ ਪਹਿਲਾਂ ਇਹ ਤੁਸੀਂ ਜਿਹੜਾ ਚੁਬਾਰਾ ਪਾਇਆ ਸੀ, ਤੇ ਕਿਹੜੇ ਸੰਨ ਦੇ ਵਿੱਚ ਚੁਬਾਰਾ ਢਾਇਆ? ਇਹ ਜੀ ਆਪਣਾ ਚੁਬਾਰਾ ਤਕਰੀਬਨ ਮੇਰੇ ਤਾਇਆ ਜੀ ਦੇ ਵਿਆਹ ਵੇਲੇ ਤਕਰੀਬਨ 1967-68 ਦੇ ਵੇਲੇ ਤਕਰੀਬਨ ਪਾਇਆ ਗਿਆ। 67 ਦੇ ਵਿੱਚ ਪਾ ਕੇ ਉਦੋਂ ਬਾਅਦ ਢਾਇਆ ਜੀ ਸੀ ਨੇ 2000 ਤਕਰੀਬਨ 8 'ਚ। 1967 ਤੋਂ ਲੈ ਕੇ 2008 ਤੱਕ
ਕਿਹੜੀਆਂ ਜਿਹੜੀਆਂ ਦਿੱਕਤਾਂ ਤੁਹਾਨੂੰ ਆਈਆਂ ਤੇ ਜਦੋਂ ਤੁਸੀਂ ਚੁਬਾਰਾ ਢਾਤਾ ਤਾਂ ਉਸ ਤੋਂ ਬਾਅਦ ਜਿਹੜੇ ਤੁਹਾਡੇ ਦਿੱਕਤਾਂ ਸੀ ਉਹ ਸੋਲਿਊਸ਼ਨ ਹੋ ਗਿਆ ਉਹਨਾਂ ਦਾ? ਹਾਂਜੀ, ਦਿੱਕਤਾਂ ਤਾਂ ਸਭ ਤੋਂ ਵੱਡੀ ਜਦ ਆਪਾਂ ਆਪਣੇ ਬੱਚਿਆਂ ਵਾਸਤੇ ਜਿਉਂਦੇ ਆ, ਸਾਰੇ ਹੁੰਦੇ, ਹਰੇਕ ਨੂੰ ਖੁਆਇਸ਼ ਹੁੰਦੀ ਹੈ ਮੇਰੀ ਔਲਾਦ ਹੋਵੇ। ਜਦ ਆਪਣੇ ਗਾਹਾਂ ਹੀ ਚਾਨਣ ਨਹੀਂ ਹੈ ਜੀ, ਉਦੋਂ ਬੜੀ ਦਿੱਕਤ ਕੋਈ ਨਹੀਂ ਹੈ। ਜਦ ਇਹ ਚੁਬਾਰਾ ਢਾਹਿਆ, ਸਾਡੇ ਘਰ 2 ਬੱਚਿਆਂ ਨੇ ਜਨਮ ਲਿਆ, ਮੇਰੇ ਭਰਾ ਦੇ ਤੇ ਮੇਰੇ ਵੀ 2 ਬੇਟੇ ਹੋਏ। ਉਦੋਂ ਪਹਿਲਾਂ ਸੀ 12 ਸਾਲ ਤੱਕ ਮੇਰੇ ਵੀ 2 ਬੇਟੀਆਂ ਹੋਈਆਂ, ਉਹਦੇ ਵੀ ਬੇਟੀ ਹੋਈ। ਇਸ ਤਰ੍ਹਾਂ ਦੇ ਚਲੋ ਰਲਦਾ ਮਿਲਦਾ ਪਰਿਵਾਰ ਵਧੀਆ ਲੱਗਦਾ, ਬੇਟੀ ਬੇਟੇ 'ਚ ਫਰਕ ਤਾਂ ਨਹੀਂ ਕੋਈ ਹੁੰਦਾ, ਪਰ ਜਿਵੇਂ ਕਹਿੰਦੇ ਬੱਚੇ ਦੀ ਪੁੱਤਰ ਬਿਨਾਂ ਕਹਿੰਦੇ ਸਾਂਝ ਨਹੀਂ, ਗੱਲ ਕਹਿੰਦੇ ਹੁੰਦੇ ਨੇ ਸਿਆਣੇ ਵੀ। ਜਦ ਇਹ ਚੁਬਾਰਾ ਢਾਹਿਆ ਗਿਆ, ਇੱਕ ਤਾਂ ਇਸ ਪਾਸੇ ਇੱਕ ਮਾਲੀ ਸੰਕਟ ਵੀ ਸਾਡਾ ਦੂਰ ਹੋਇਆ। ਪਰਿਵਾਰ ਨੇ ਉਸ ਟਾਈਮ ਠੀਕ ਤੇ ਅਸੀਂ ਮੱਧ ਵਰਗੀ ਪਰਿਵਾਰ ਹਾਂ, ਤਰੱਕੀ ਵੀ ਕਰੀ ਆ ਮਾਲੀ ਸੰਕਟ ਤੌਰ ਤੇ। ਜਗ੍ਹਾ ਵੀ ਅਸੀਂ ਜਿਹੜੀ ਅਸੀਂ ਤੰਗੀ 'ਚ ਰਹਿ ਰਹੇ ਤੇ ਜਗ੍ਹਾ ਵੀ ਸਾਡੀ ਬੜੀ, ਸਾਰੇ ਪਾਸੋਂ ਸਾਨੂੰ ਤਰੱਕੀ ਦੇ ਰਸਤੇ ਖੁੱਲ੍ਹੇ ਨੇ ਜੀ। ਜੇ ਗੱਲ ਕਰਾਂ ਉਸ ਤੋਂ ਪਹਿਲਾਂ ਤੁਹਾਡੇ ਫਾਦਰ ਸਾਹਿਬ ਨੇ ਜਿਹੜਾ ਇਹ ਚੁਬਾਰਾ ਪਾਉਣ ਦੀ ਕੋਸ਼ਿਸ਼ ਕੀਤੀ ਸੀ? ਹਾਂ ਜੀ, ਮੇਰੇ ਦਾਦਾ ਜੀ ਨੇ ਬਣਾਇਆ ਸੀਗਾ ਜੀ ਇਹ ਚੁਬਾਰਾ। ਓਕੇ, ਤੁਹਾਡੇ ਦਾਦਾ ਜੀ ਨੇ ਚੁਬਾਰਾ ਪਾਇਆ ਸੀਗਾ ਤੇ ਉਸ ਤੋਂ ਬਾਅਦ ਤੁਹਾਡੇ ਫਾਦਰ ਸਾਹਿਬ, ਉਸ ਤੋਂ ਬਾਅਦ ਤੁਸੀਂ ਦਿੱਕਤਾਂ ਦਾ ਸਾਹਮਣਾ ਕਰਦੇ ਰਹੇ। ਉਸ ਤੋਂ ਬਾਅਦ ਜਦੋਂ ਇਹ ਚੁਬਾਰਾ ਢਾਹ ਦਿੱਤਾ ਗਿਆ ਤਾਂ ਸਾਰੀਆਂ ਦਿੱਕਤਾਂ ਦੂਰ ਹੋ ਗਈਆਂ? ਹਾਂ ਜੀ, ਕੋਈ ਦਿੱਕਤ ਨਹੀਂ ਜੀ, ਹੁਣ ਕੋਈ ਪ੍ਰੋਬਲਮ ਨਹੀਂ। ਹੁਣ ਅਸੀਂ ਸੋਚਦੇ ਹਾਂ ਵੀ ਕਿਉਂ ਨਾ ਇਹ ਪਹਿਲਾਂ ਹੀ ਨਾ ਢਾਹਤਾ। ਇਹ ਤਾਂ ਬਹੁਤ ਬੜਾ ਸਾਡੇ ਵਾਸਤੇ ਕਲੰਕ ਸੀਗਾ ਵੀ ਜਿਹੜਾ ਕਿ ਸਾਨੂੰ ਪਤਾ ਕੁਛ ਨਹੀਂ ਵੀ ਕੀ ਇਹ ਕਾਰਨ ਦਾ ਨਹੀਂ ਕੋਈ ਪਤਾ ਵੀ ਕਾਹਤੋਂ ਕੀ ਵਜ੍ਹਾ ਨਾਲ ਇਹ ਹੋ ਰਿਹਾ, ਤਕਲੀਫਾਂ ਹੋਈਆਂ। ਪਰ ਜਦ ਸਾਨੂੰ ਅੱਜ ਐਂ ਲੱਗਦਾ ਵੀ ਜੇ ਅਸੀਂ ਪਹਿਲਾਂ ਵੀ ਢਾਹੁੰਦੇ ਵਧੀਆ ਸੀ। ਹਾਲਾਂਕਿ ਉਸ ਟਾਈਮ ਅਸੀਂ ਅਡਵਾਈ ਕਰਦੇ ਵੀ ਅਸੀਂ ਨਹੀਂ ਢਾਉਣਾ। ਢਾਹਿਆ ਸੀ ਕਾਫੀ ਜ਼ਿਆਦਾ ਜਦੋਜਹਿਦ ਤੋਂ ਬਾਅਦ ਹੀ, ਰਿਸ਼ਤੇਦਾਰਾਂ ਦੇ ਕਹਿਣ ਤੇ, ਭੈਣਾਂ ਭਾਈਆਂ ਨੇ ਹੋਰ ਕਹਿੰਦੇ ਵੀ ਚੱਲ ਤੁਹਾਨੂੰ ਕੀ ਫਰਕ ਪੈਂਦਾ, ਜਗ੍ਹਾ ਢਾਹ ਦਿਓ ਤੁਸੀਂ। ਢਾਉਣ ਸਾਰ ਸਾਨੂੰ ਉਹਦਾ ਰਿਜ਼ਲਟ ਮਿਲਿਆ ਜੀ। ਰਿਜ਼ਲਟ ਤੋਂ ਬਾਅਦ ਹੁਣ ਕੋਈ ਸੋਚਦਾ ਵੀ ਨਹੀਂ ਜੀ ਇਸ ਬਾਰੇ ਬਣਾਉਣ। ਜਦੋਂ ਤੁਸੀਂ ਢਾਇਆ ਉਸ ਤੋਂ ਕਿੰਨੇ ਸਮੇਂ ਬਾਅਦ ਤੁਹਾਡੇ ਜਿਹੜਾ ਔਲਾਦ ਹੋਈ? ਮੇਰੇ ਬੇਟਾ 9 ਮਹੀਨੇ ਬਾਅਦ ਜੀ। ਅਸੀਂ 7 ਜੁਲਾਈ 2008 'ਚ ਇਹ ਚੁਬਾਰਾ ਢਾਹਿਆ, 31 ਮਾਰਚ 2009 ਨੂੰ ਬੇਟੇ ਨੇ ਜਨਮ ਲਿਆ ਜੀ। ਪੂਰੇ 9 ਮਹੀਨੇ ਬਾਅਦ, ਸਮਝ ਲਓ ਵੀ 9 ਮਹੀਨੇ 'ਚ ਵੀ 1-2 ਦਿਨ ਘੱਟ ਹੀ ਮੰਨੋ। ਪਰਮਾਤਮਾ ਦੀ ਇਹੀ ਖੇਡ ਵੀ ਚੁਬਾਰਾ ਢਾਹੁਣ ਸਾਰਾ ਬੱਚੇ ਨੇ ਪ੍ਰਵੇਸ਼ ਕੀਤਾ, ਪਰਮਾਤਮਾ ਦੀ ਇਹੀ ਦੁਆ ਹੋਈ। ਸੋ ਇਹ ਤਾਂ ਸੀ ਔਲਾਦ ਦੀ ਗੱਲ। ਇਸ ਤੋਂ ਬਗੈਰ ਮਾਲੀ ਨੁਕਸਾਨ ਜਿਹੜਾ ਸੀ ਉਹ ਕੀ ਹੋ ਰਿਹਾ ਸੀ ਤੁਹਾਡਾ? ਮਾਲੀ ਜੀ ਤਕਰੀਬਨ ਹਰੇਕ ਜਗ੍ਹਾ ਬਿਮਾਰੀ ਠਮਾਰੀ ਵੀ ਰਹੀ, ਕਲੇਸ਼ ਕਲਾ ਵੀ ਰਿਹਾ ਕਾਫੀ ਜ਼ਿਆਦਾ। ਘਰ ਦੇ ਵਿੱਚ ਦਿੱਕਤਾਂ ਹੁਣ ਨਹੀਂ ਵੀ ਦੱਸ ਸਕਦਾ ਮੈਂ ਕਿ ਕਈ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ ਨੇ, ਉਹ ਸਾਰੀਆਂ ਹੱਲ ਹੋਈਆਂ। ਹੋਰ ਪਿੰਡ ਦੇ ਵਿੱਚ ਕਿੰਨੇ ਕੁ ਪਰਿਵਾਰ ਨੇ ਜਿਨ੍ਹਾਂ ਨੇ ਚੁਬਾਰਾ ਪਾਇਆ ਸੀ ਔਰ ਜਿਨ੍ਹਾਂ ਦਾ ਨੁਕਸਾਨ ਹੋਇਆ, ਚੁਬਾਰਾ ਢਾਹੁਣ ਤੋਂ ਬਾਅਦ ਉਹਨਾਂ ਦਾ ਜਿਹੜਾ ਨੁਕਸਾਨ ਉਹ ਠੀਕ ਹੋ ਗਿਆ? ਚੁਬਾਰਾ ਆਪਣੇ ਗੁਆਂਢ 'ਚ ਨੇ ਆਪਣਾ ਪਰਮਜੀਤ ਸਿੰਘ ਸਰਪੰਚ, ਇਹਨਾਂ ਦੇ ਫਾਦਰ ਸਾਹਿਬ ਨੇ ਪਹਿਲਾਂ ਸ਼ੁਰੂ ਕਰਿਆ ਸੀ। ਸ਼ੁਰੂ ਕਰਨ ਤੋਂ ਪਹਿਲਾਂ ਹੀ ਜੀ ਉਹ ਬਜ਼ੁਰਗ ਕਿਸੇ ਕਾਰਨ ਕਰਕੇ ਬਸ ਚੜ੍ਹਾਈ ਕਰ ਗਏ ਜੀ। ਉਸ ਤੋਂ ਬਾਅਦ ਜੀ ਫਿਰ ਇਹਨਾਂ ਨੇ ਦੁਬਾਰੋਂ ਦਰਸ਼ਨ ਸਿੰਘ ਸਰਪੰਚ ਦੀ ਗਿਆ, ਉਹਨੇ ਚੁਬਾਰਾ ਪਾਉਣਾ ਸ਼ੁਰੂ ਕਰਤਾ। ਅਜੇ ਪਾ ਹੀ ਰਿਹਾ ਤੇ ਕੰਮ ਚੱਲ ਰਿਹਾ ਸੀਗਾ, ਪੱਥਰ ਲਾਉਣਾ ਸੀਗਾ, ਪੱਥਰ ਦੀ ਗੱਡੀ ਇੱਥੇ ਹੀ ਆਇਆ, ਟਰੱਕ ਦੇ ਵਿੱਚ ਆ ਕੇ ਉਹਦੀ ਡੈਥ ਹੋ ਗਈ ਜੀ ਪੱਥਰ ਦੇ ਵਿੱਚ ਆਉਣ ਨਾਲ। ਉਸ ਤੋਂ ਬਾਅਦ ਫਿਰ ਕਿਸੇ ਨੇ ਕਈ ਸਾਲ 5-7 ਸਾਲਾਂ ਬਾਅਦ ਜੀ ਇਹਨਾਂ ਨੇ ਫਿਰ ਉਹ ਚੁਬਾਰਾ ਢਾਹਿਆ। ਢਾਹੁਣ ਤੋਂ ਬਾਅਦ ਚਲੋ ਇਹਨਾਂ ਨੂੰ ਵੀ ਇਹ ਚੀਜ਼ ਦਾ ਹੋਇਆ ਵੀ ਗਲਤ ਕਰਿਆ ਸੀ, ਬਣਾਇਆ ਨਹੀਂ ਜੀ ਮੁੜ ਕੇ ਫਿਰ ਕਿਸੇ ਨੇ ਹੋਰ ਨਾ ਕੋਈ ਬਣਾਵੇ। ਜਦ ਜਿਹਨੇ ਢਾਹਤਾ ਉਹਦੇ ਰਿਜ਼ਲਟ ਮਾੜੇ ਆਏ, ਹੁਣ ਦੂਆ ਤਾਂ ਕੋਈ ਸੋਚ ਵੀ ਨਹੀਂ ਸਕਦਾ ਜੀ ਇਸ ਬਾਰੇ। ਕਿਉਂਕਿ ਜਿਹੜੀ ਅੱਜ ਦੀ ਪੀੜ੍ਹੀ ਹੈ ਉਹਨਾਂ ਦੀ ਸੋਚ ਵੱਖਰੀ ਹੈ। ਅੱਜ ਦੀ ਪੀੜ੍ਹੀ ਜਿਹੜੀ ਤੁਹਾਡੇ ਪਿੰਡ ਦੀ ਹੈ ਉਹਨਾਂ ਨੇ ਕਦੇ ਕੋਈ ਕਿਹਾ ਨਹੀਂ ਵੀ ਅਸੀਂ ਚੁਬਾਰਾ ਪਾਈਏ ਜਾਂ ਅਸੀਂ ਕੋਸ਼ਿਸ਼ ਕਰੀਏ? ਅੱਜ ਦੀ ਪੀੜ੍ਹੀ ਨੂੰ ਸਭ ਨੂੰ ਪਤਾ ਜੀ ਕਿਹੜਾ ਜ਼ਿਆਦਾ ਬੜਾ ਵਾਕਿਆ। 12 ਸਾਲ ਪਹਿਲਾਂ ਮੈਂ ਢਾਹਿਆ, ਇਹਨਾਂ ਨੇ 7-8 ਸਾਲ ਪਹਿਲਾਂ ਢਾਹਿਆ। ਉਹਨਾਂ ਦੇ ਅੱਜ ਦੀ ਪੀੜ੍ਹੀ ਨੂੰ ਤਾਂ ਅਜੇ ਪਤਾ ਜੀ ਇਹ ਚੀਜ਼ ਦਾ, ਹਲ ਤਾਂ ਦੇਖਿਆ ਉਹਨਾਂ ਨੇ ਢਾਹਿੰਦਾ, ਰਿਜ਼ਲਟ ਦੇਖੇ ਵੀ ਨੇ, ਉਹ ਨਹੀਂ ਸੋਚ ਸਕਦੇ ਜੀ। ਘੱਟੋ ਘੱਟ 20-30 ਸਾਲਾਂ ਬਾਅਦ ਇਹ ਕੋਸ਼ਿਸ਼ ਹੁੰਦੀ ਹੈ ਜੀ, ਫਿਰ ਬੰਦਾ ਕਰਦਾ। ਹੁਣ ਘੱਟੋ ਘੱਟ 20-30 ਸਾਲ ਕੋਈ ਨਹੀਂ ਸੋਚੂਗਾ ਜੀ। ਜਿਹੜਾ ਅਸੀਂ ਚਲੇ ਗਏ ਜਾਂ ਤੋਂ ਬਾਅਦ ਵਾਲੇ ਬੰਦੇ ਹੋਣਗੇ ਉਹ ਸੋਚਣਗੇ ਵੀ ਬਣਾਓ ਦੁਬਾਰਾ, ਕੁਛ ਨਹੀਂ ਹੁੰਦਾ। ਫਿਰ ਕੋਈ ਨਾ ਉਹ ਫਿਰ ਮਸਲਾ ਫਿਰ ਹੁੰਦਾ ਜੀ। ਇੰਨੀ ਜਲਦੀ ਕੋਈ ਨਹੀਂ ਸੋਚ ਸਕਦਾ ਜੀ। ਹੁਣ ਤਾਂ ਤਾਜ਼ੇ ਨੁਕਸਾਨ ਹੋਏ ਨੇ, ਤਿੰਨ ਚੀਜ਼ਾਂ ਦਾ ਅਸੀਂ ਦੇਖੀਆਂ ਮੈਨੇ। ਇਹ ਮੈਪ ਨੂੰ ਦੇਖ ਕੇ ਤਾਂ ਜੀ ਕੋਈ ਵੀ ਉਹ ਨਹੀਂ ਕਰਦਾ ਹੈਗਾ ਜੀ। ਇਹ ਨੁਕਸਾਨਾਂ ਦੇਖ ਕੇ ਕੋਈ ਚੁਬਾਰੇ ਦਾ ਨਾਂ ਵੀ ਲੈਣਾ ਮਾੜਾ ਹੈ। ਸੋ ਕੁਝ ਸਾਡੇ ਨਾਲ ਯੰਗਸਟਰ ਵੀ ਨੇ। ਭਾਜੀ ਤੁਹਾਡੀ ਜਿਹੜੀ ਤੁਸੀਂ ਯੰਗ ਹੋ, ਮਤਲਬ ਵਿਗਿਆਨਿਕ ਯੁੱਗ ਹੈ, ਵਿਗਿਆਨ ਜਿਹੜੀ ਕਿ ਬਹੁਤ ਤਰੱਕੀ ਕਰ ਚੁੱਕਿਆ ਹੈ, ਮਤਲਬ ਤੁਸੀਂ ਇਸ ਨੂੰ ਇਹਦੇ ਕਾਰਨ ਕੀ ਮੰਨਦੇ ਹੋ? ਕਿਉਂਕਿ ਵਿਗਿਆਨ ਜਿਹੜਾ ਉਹ ਚੰਦ ਤੱਕ ਵੀ ਪਹੁੰਚ ਚੁੱਕਿਆ ਹੈ, ਤੇ ਤੁਸੀਂ ਮਤਲਬ ਵਿਗਿਆਨਿਕ ਤੱਥ ਨਾਲ ਕੀ ਸੋਚਦੇ ਹੋ? ਜੀ ਸਾਰਾ ਅਸੀਂ ਤਾਂ ਐਂ ਸੋਚਦੇ ਜੀ, ਛੋਟੇ ਹੁੰਦੀ ਇਹੀ ਗੱਲ ਸਮਝਦੇ ਆ ਰਹੇ ਹਾਂ ਜੀ। ਦਾਦੇ ਪੜਦਾਦੇ ਇਹੀ ਕਹਿ ਰਹੇ ਨੇ ਵੀ ਆਪਣੇ ਚੁਬਾਰਾ ਨਹੀਂ ਪੈਂਦਾ ਜੀ, ਵੀ ਜੇ ਚੁਬਾਰਾ ਪਾਉਣਾ ਨੁਕਸਾਨ ਹੁੰਦਾ ਕੋਈ ਨਾ ਕੋਈ। ਇਹਦੀ ਆਹੀ ਚੀਜ਼ ਦੇਖਦੇ ਆ ਰਹੇ ਜੀ ਅੱਜ ਦੀ ਮੇਰੀ ਉਮਰ ਹੋ ਗਈ ਜੀ 32-34 ਸਾਲ ਹੋ ਗਈ ਜੀ। ਇਹੀ ਚੀਜ਼ ਦਾਦਾ ਜੀ ਪੜਦਾਦਾ ਜੀ ਡੈਡੀ ਸਾਰੇ ਇਹੀ ਕਹਿੰਦੇ ਨੇ ਜੀ ਵੀ ਆਪਣੇ ਚੁਬਾਰਾ ਨਹੀਂ ਪਾਉਣਾ ਹੈਗਾ, ਵੀ ਨੁਕਸਾਨ ਹੋ ਜਾਂਦਾ ਆਪਣੇ ਪਿੰਡ 'ਚ। ਇਹੀ ਕਾਰਨ ਸੋਚਦੇ ਆ ਰਹੇ ਜੀ। ਮਤਲਬ ਜਿਹੜਾ ਵਿਗਿਆਨਿਕ ਯੁੱਗ ਹੈ, ਸਰਦਾਰ ਸਾਹਿਬ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ, ਮਤਲਬ ਵਿਗਿਆਨਿਕ ਤੱਥ ਕਿਧਰੇ ਨਾ ਕਿਧਰੇ ਮਤਲਬ ਫੇਲ ਸਾਬਤ ਹੈ। ਹਾਂਜੀ ਹਾਂ, ਫੇਲ ਨੇ ਜੀ।
ਕੋਈ ਮਤਲਬ ਹੀ ਨਹੀਂ ਜੀ ਇਸ ਚੀਜ਼ ਦਾ। ਅਸੀਂ ਖੁਦ ਅਸੀਂ ਢਾਹੇ ਨੇ, ਸਾਨੂੰ ਪਤਾ। ਕੋਈ ਬੰਦਾ ਕੋਠੀਆਂ ਪਈਆਂ ਬਣੇ ਜੀ ਰੁਪਈਏ ਲੋਕਾਂ ਲਈ ਹੈ ਨਹੀਂ, ਹੈ ਵੀ ਇੱਦਾਂ ਨਹੀਂ ਹੈ ਵੀ ਉੱਪਰ ਮੰਜ਼ਿਲ ਬਣਾ ਨਹੀਂ ਸਕਦਾ, ਥਾਂ ਦੀ ਵੀ ਤੰਗੀ 'ਚ ਥੱਲੇ ਤੰਗੀ ਨਾਲ ਕੱਟ ਰਹੇ ਨੇ, ਪਰ ਉੱਪਰ ਦੀ ਨਹੀਂ ਸੋਚਦੇ। ਉਹ ਕਹਿੰਦੇ ਨੇ ਕੁਛ ਨਹੀਂ ਹੁੰਦਾ, ਠੀਕ ਹੈ, ਆਪਦੀ ਜਾਨ ਨਾਲ ਉੱਪਰ ਦੀ ਕੋਈ ਚੀਜ਼ ਨਹੀਂ। ਕੋਈ ਨਾ ਕੋਈ ਦੁੱਖ ਸੁੱਖ ਆਊਗਾ, ਜੇ ਬਣਾ ਲਿਆ ਆਊਗਾ, ਮਤਲਬ ਪੂਰਾ ਲੋਕਾਂ ਨੂੰ ਸ਼ੋਰ ਹੈ ਜੀ। ਮਤਲਬ ਤੁਸੀਂ ਜਿਹੜਾ 2008 ਤੋਂ ਬਾਅਦ 8 ਚ ਢਾਇਆ ਸੀ ਨਾ ਜੀ ਚੁਬਾਰਾ, ਉਸ ਤੋਂ ਬਾਅਦ ਪਿੰਡ 'ਚ ਕਿਸੇ ਨੇ ਨਹੀਂ ਦੁਬਾਰਾ ਕੋਸ਼ਿਸ਼ ਕੀਤੀ? ਨਾ ਜੀ ਨਾ, ਜਿਹੜਾ ਬਣਿਆ ਵਾ ਤੇ ਉਹ ਵੀ ਢਾਤਾ। ਸਗੋਂ ਪਹਿਲਾਂ ਸਾਡਾ ਅਸੀਂ ਢਾਤਾ, ਉਦੋਂ ਸਾਨੂੰ 2-4 ਸਾਲ ਬਾਅਦ ਇਹਨਾਂ ਨੇ ਜਿਹੜਾ ਬਣਿਆ ਵਾ ਤੀ ਸਰਪੰਚ ਡੈਥ ਹੋਣ ਤੋਂ ਬਾਅਦ ਉਹ ਬਣਿਆ ਹੀ ਖੜਾ ਸੀ, ਉਹ ਫਿਰ ਇਹ ਮੁੰਡੇ ਨੇ ਵੀ ਉਹਦੇ ਧਰਮਿੰਦਰ ਮੁੰਡਾ ਉਹਨੇ ਢਾਤਾ ਜੀ ਬਾਅਦ 'ਚ। ਤੇ ਮਤਲਬ ਕਿੰਨੀ ਕੁ ਆਬਾਦੀ ਹੈ ਤੁਹਾਡੇ ਪਿੰਡ ਦੀ? ਤਕਰੀਬਨ ਹੋਊਗੀ ਜੀ 800-900 ਜਾਂ 1000 ਕੁ ਦੀ ਆਬਾਦੀ ਦਾ ਪਿੰਡ ਆ, ਛੋਟਾ ਹੀ ਪਿੰਡ ਆ ਜੀ ਸਾਡਾ। ਮਤਲਬ ਕਿਸੇ ਨੇ ਦੁਬਾਰਾ ਕਦੇ ਨਹੀਂ ਕੋਸ਼ਿਸ਼ ਕੀਤੀ? ਕਦੇ ਵੀ ਨਹੀਂ ਜੀ, ਹੁਣ ਤਾਂ ਸੋਚਣਾ ਵੀ ਨਹੀਂ ਜੀ ਕਿਸੇ ਨੇ। ਸਾਡੇ ਪਿੰਡ ਦੀ ਜੂਹ ਦੇ ਵਿੱਚ ਇਹ ਚਵਾਰਾ ਨਹੀਂ ਪੈਂਦਾ ਜੀ, ਜਿੰਦੀ ਜਿੱਤ ਖਾਦਾ ਜੀ। ਮਤਲਬ ਇਕੱਲਾ ਤੁਹਾਡਾ ਹੀ ਪਿੰਡ ਹੈ ਕਿ ਆਸੇ-ਪਾਸੇ ਕੁਝ ਹੋਰ ਵੀ? ਤੇ ਸਾਡੇ ਨਹੀਂ, ਸਾਡਾ ਪਿੰਡ ਹੀ ਹੈ ਜੀ। ਸਾਡੇ ਪਿੰਡ ਦੇ ਹੁਣ ਜੇ ਬਾਹਰ ਚਲੇ ਜਾਂਦੇ ਉੱਥੇ ਤਾਂ ਪਾਰਕ ਹੈ, ਹੁਣ ਨਾਭੇ ਜਿਹੜੇ ਗਏ ਨੇ ਜੀ ਉਹ ਉੱਥੇ ਪਾਉਂਦੇ ਨੇ, ਸਾਡੇ ਪਿੰਡ 'ਚ ਨਹੀਂ ਪੈਂਦਾ। ਮਤਲਬ ਪਿੰਡ ਦੀ ਕਿੰਨੇ ਕੁ ਏਰੀਏ ਦੀ ਗੱਲ ਕਰੀਏ ਆਪਾਂ? ਸਾਡੀ ਹੱਦ ਜੀ, ਪਿੰਡ ਦੀ ਹੱਦ ਬੰਦੀ ਸਰਾਜਪੁਰ ਦੀ ਹੱਦ, ਜਿੱਥੇ ਤੱਕ ਸਰਾਜਪੁਰ ਦੀ ਜ਼ਮੀਨ ਆ ਉੱਥੇ ਤੱਕ ਕੋਈ ਚਵਾਰਾ ਨਹੀਂ ਪੈਂਦਾ ਜੀ। ਸੋ ਇਹ ਸਰਦਾਰ ਜੀ ਨੇ ਬਿਲਕੁਲ ਦੱਸਿਆ ਵੀ ਜੇ ਸਰਾਜਪੁਰ ਦੀ ਹੱਦ ਦੇ ਵਿੱਚ ਕੋਈ ਵੀ ਚਵਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਨਾਂ ਦਾ ਕੋਈ ਜਾਨੀ ਜਾਂ ਮਾਨੀ ਨੁਕਸਾਨ ਹੋ ਜਾਂਦਾ ਹੈ। ਜਿੱਦਾਂ ਇਹਨਾਂ ਨੇ ਵੀ ਦੱਸਿਆ ਵੀ ਅਸੀਂ ਜਿਹੜਾ ਚੁਬਾਰਾ ਢਾਇਆ ਤਾਂ ਸਾਡੇ ਘਰ ਔਲਾਦ ਵੀ ਹੋਈ ਤੇ ਅਸੀਂ ਮਾਲੀ ਤੌਰ ਤੇ ਵੀ ਜਿਹੜਾ ਮਜ਼ਬੂਤ ਹੋਏ। ਪਟਿਆਲਾ ਤੋਂ ਦੈਨਿਕ ਸਵੇਰਾ ਟੀਵੀ ਦੇ ਲਈ ਪਰਵਿੰਦਰ ਸਿੰਘ ਚੱਡਾ। ਮਾਯੂਸ ਅਤੇ ਨਿਰਾਸ਼ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ। ਇਲਮਾ ਦੇ ਮਾਹਿਰ A to Z ਸਮੱਸਿਆਵਾਂ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਮੋਬਾਈਲ 84 374 94647, 84 374 94648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।